ਹਾਲੇਲੂਇਆ। ਖੁਦਾਵੰਦ ਪ੍ਰਭੂ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਪ੍ਰਭੂ, ਤੁਹਾਡਾ ਧੰਨਵਾਦ ਕਰਦੇ ਤੁਹਾਡੇ ਪਿਆਰ ਤੇ ਤੁਹਾਡੀ ਮੁਹੱਬਤ ਲਈ। ਜੋ ਵੀ ਤੁਹਾਡੇ ਵਚਨ ਦੇ ਵਿੱਚੋਂ ਪ੍ਰਭੂ ਯਿਸੂ ਸਾਹਿਬ ਸਿੱਖੀਏ ਮੇਰੇ ਪ੍ਰਭੂ, ਤਾਂ ਤੁਸੀਂ ਆਪਣੇ ਪੁੱਤਰ ਆਤਮਾ ਦੇ ਦੁਆਰਾ ਸਾਡੀ ਗਵਾਹੀ ਤੇ ਸਾਡੀ ਮਦਦ ਕਰਨਾ ਯਿਸੂ ਦੇ ਨਾਮ 'ਚ ਆਮੀਨ। ਹਾਲੇਲੂਇਆ। ਖੁਦਾ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ, ਧੰਨਵਾਦ ਕਰਦੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਦਾ, ਕਿਉਂਕਿ ਪ੍ਰਭੂਆਂ ਦਾ ਪ੍ਰਭੂ ਰਾਜਾਂ ਦਾ ਰਾਜਾ ਬਹੁਤ ਹੀ ਸ਼ਕਤੀਮਾਨ ਪਰਮੇਸ਼ਰ ਆ। ਹਾਲੇਲੂਇਆ। ਜਿਹਦੀ ਅਸੀਂ ਨਿਤ ਪ੍ਰਾਰਥਨਾ ਕਰਦੇ, ਨਿਤ ਉਹਦੀ ਵਡਿਆਈ ਕਰਦੇ, ਨਿਤ ਉਹਦੇ ਨਾਮ ਦੀ ਮਹਿਮਾ ਕਰਦੇ ਹਾਂ। ਤਾਂ ਉਹ ਕਿਉਂ ਅਸੀਂ ਕਰਦੇ? ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਰਾਜਾਂ ਦਾ ਰਾਜਾ ਯਿਸੂ ਨਾਸਰੀ ਪ੍ਰਭੂ ਆ। ਹਾਲੇਲੂਇਆ। ਇਸ ਕਰਕੇ ਅਸੀਂ ਦਿਨ ਰਾਤ ਹਾਲੇਲੂਇਆ ਚੱਲਦੇ ਫਿਰਦੇ ਉੱਠਦੇ ਬਹਿੰਦੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਕਰਦੇ, ਉਹਦੇ ਨਾਮ ਦੀ ਮਹਿਮਾ ਕਰਦੇ ਹਾਂ। ਤੇ ਸਾਨੂੰ ਕਰਨੀ ਵੀ ਬਹੁਤ ਹੀ ਜ਼ਰੂਰੀ ਚਾਹੀਦੀ ਆ, ਕਿਉਂਕਿ ਇਸ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹੈ ਮੇਰੇ। ਹਾਲੇਲੂਇਆ। ਕਿਉਂਕਿ ਪ੍ਰਭੂ ਦਾ ਵਚਨ ਸਾਨੂੰ ਦੱਸਦਾ ਹੈ ਕਿ ਤੁਸੀਂ ਦਿਨ ਰਾਤ ਇਹਦੇ ਵਿੱਚ ਲੱਗੇ ਰਹੋ, ਵਚਨ ਪੜਨ ਦੇ ਵਿੱਚ, ਪ੍ਰਾਰਥਨਾ ਕਰਨ ਦੇ ਵਿੱਚ, ਪ੍ਰਭੂ ਦੇ ਨਾਮ ਦੀ ਵਡਿਆਈ ਕਰਨ ਦੇ ਵਿੱਚ ਲੱਗੇ ਰਹੋ। ਹਾਲੇਲੂਇਆ। ਜਦੋਂ ਵੀ ਚੱਲਦੇ ਫਿਰਦੇ ਉੱਠਦੇ ਬਹਿੰਦੇ ਕੰਮਾਂ ਕਾਰਾਂ ਤੇ ਵੀ ਪਰਮੇਸ਼ਰ ਦੇ ਨਾਮ ਦੀ ਵਡਿਆਈ, ਉਹਦੇ ਨਾਮ ਦੀ ਆਪਾਂ ਮਹਿਮਾ ਕਰਨੀ ਹੈ, ਕਿਉਂਕਿ ਪ੍ਰਭੂ ਮਹਿਮਾ ਦੇ ਯੋਗ ਆ, ਉਹ ਵਡਿਆਈ ਦੇ ਯੋਗ ਆ ਮੇਰੇ ਚੀਜ਼ੋ। ਪ੍ਰਭੂ ਬਹੁਤ ਹੀ ਸ਼ਕਤੀਮਾਨ ਪਰਮੇਸ਼ਰ ਆ। ਹਾਲੇਲੂਇਆ। ਸਾਡਾ ਵਿਸ਼ਾ ਵੀ ਅੱਜ ਇਹੀ ਹੈ ਕਿ ਪਰਮੇਸ਼ਰ ਦੀ ਸ਼ਕਤੀ ਤੁਹਾਡੀ ਰੱਖਿਆ ਕਰਦੀ ਹੈ। ਹਾਲੇਲੂਇਆ। ਪਰਮੇਸ਼ਰ ਦੀ ਸ਼ਕਤੀ ਤੁਹਾਡੀ ਔਰ ਮੇਰੀ ਸਾਰਿਆਂ ਦੀ ਰੱਖਿਆ ਕਰਦੀ ਹੈ, ਕਿਉਂਕਿ ਉਹ ਮਹਾਨ ਪਰਮੇਸ਼ਰ ਆ, ਉਹ ਦਿਆਲੂ, ਉਹ ਸ਼ਕਤੀਮਾਨ ਪਰਮੇਸ਼ਰ ਆ, ਪ੍ਰਭੂਆਂ ਦਾ ਪ੍ਰਭੂ ਰਾਜਾਂ ਦਾ ਰਾਜਾ, ਆਦ ਔਰ ਅੰਤ, ਅਲਫਾ ਔਰ ਓਮੇਗਾ। ਹਾਲੇਲੂਇਆ। ਪ੍ਰਭੂ ਬਹੁਤ ਹੀ ਸ਼ਕਤੀਮਾਨ ਹੈ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਦੀ ਸ਼ਕਤੀ ਤੁਹਾਡੀ ਰੱਖਿਆ ਕਰਦੀ ਹੈ ਮੇਰੇ ਚੀਜ਼ੋ। ਹਾਲੇਲੂਇਆ। ਕਦੋਂ ਰੱਖਿਆ ਕਰਦੀ ਹੈ? ਜਦੋਂ ਅਸੀਂ ਪਰਮੇਸ਼ਰ ਦੀ ਬਾਣੀ ਨੂੰ ਪੜ੍ਹ ਕੇ ਉਹਦੇ ਹੁਕਮਾਂ ਦੇ ਉੱਪਰ ਚੱਲ ਕੇ ਬਿਲਕੁਲ ਅਸੀਂ ਆਪਣਾ ਜੀਵਨ ਜਿਹੜਾ ਪਵਿੱਤਰਤਾ ਦੇ ਵਿੱਚ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਲ ਗੁਜ਼ਾਰਦੇ ਹਾਂ, ਤਾਂ ਫਿਰ ਪਰਮੇਸ਼ਰ ਦੀ ਸ਼ਕਤੀ ਜਿਹੜੀ ਆ ਉਹ ਸਾਡੇ ਵਿੱਚ ਕੀ ਆ? ਕੰਮ ਕਰਦੀ ਹੈ। ਹਾਲੇਲੂਇਆ। ਉਹ ਸਾਡੀ ਮਦਦ ਸਹਾਇਤਾ ਕਰਦੇ ਆ। ਹਾਲੇਲੂਇਆ। ਉਹਦੀ ਸ਼ਕਤੀ ਜਿਹੜੀ ਆ, ਹਾਲੇਲੂਇਆ, ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਰਾਜਾਂ ਦਾ ਰਾਜਾ ਮੇਰੇ ਚੀਜ਼ੋ। ਹਾਲੇਲੂਇਆ। ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਆਪਾਂ ਦੇਖਣਾ ਹੈ ਹਾਲੇਲੂਇਆ। ਯਾਕੂਬ ਦੀ ਬੁੱਕ, ਆਪਾਂ ਯਾਕੂਬ ਦੀ ਕਿਤਾਬ ਆਪਾਂ ਦੇਖਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ, ਉਹਦਾ ਹਾਲੇਲੂਇਆ, ਉਹਦਾ 5 ਬਾਬ ਦੀ ਆਪਾਂ 13 ਆਇਤ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਣਾ। ਲਿਖਿਆ ਕਿ ਜੇ ਕੀ ਤੁਹਾਡੇ ਵਿੱਚ ਕੋਈ ਦੁਖੀ ਹੈ ਤਾਂ ਪ੍ਰਾਰਥਨਾ ਕਰੇ। ਕਹਿੰਦਾ ਤੁਹਾਡੇ ਵਿੱਚ ਕੋਈ ਦੁਖੀ ਹੈ ਤਾਂ ਪ੍ਰਾਰਥਨਾ ਕਰੇ। ਹਾਲੇਲੂਇਆ। ਇੱਧਰ ਉੱਧਰ ਨਹੀਂ ਦੌੜਨਾ ਹੈ। ਹਾਲੇਲੂਇਆ। ਕੋਈ ਦੁਖੀ ਹੈ ਜਾਂ ਪਰੇਸ਼ਾਨ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਮੁਸੀਬਤ ਆ ਗਈ ਹੈ, ਤਾਂ ਕੀ ਕਰਨਾ ਹੈ? ਪਰਮੇਸ਼ਰ ਦੇ ਵਚਨ ਸਾਫ਼ ਲਿਖਿਆ ਹੈ ਕਿ ਉਹ ਪ੍ਰਾਰਥਨਾ ਕਰੇ ਮੇਰੇ ਚੀਜ਼ੋ। ਹਾਲੇਲੂਇਆ। ਪ੍ਰਾਰਥਨਾ ਕਰਨੀ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਕਈ ਵਾਰੀ ਅਸੀਂ ਕੀ ਆ, ਸਾਡੇ ਤੇ ਕੋਈ ਦੁੱਖ ਤਕਲੀਫ ਆ ਜਾਂਦੀ ਹੈ ਜਾਂ ਕੋਈ ਬਿਮਾਰੀ ਆ ਜਾਂਦੀ ਆ, ਤਾਂ ਅਸੀਂ ਦੁੱਖ ਤਕਲੀਫ ਨੂੰ ਵੱਡਾ ਬਣਾ ਲੈਨੇ ਆ, ਪਰ ਅਸੀਂ ਪ੍ਰਾਰਥਨਾ ਨਹੀਂ ਕਰਦੇ ਹੈ। ਪ੍ਰਾਰਥਨਾ ਜਿਹੜੀ ਨੇਚਾ ਦੇ ਨਾਲ ਹੋਵੇ, ਉਹ ਇਨਸਾਨ ਨੂੰ ਬਚਾ ਸਕਦੀ ਹੈ ਮੇਰੇ ਚੀਜ਼ੋ, ਉਹਨੂੰ ਬਿਮਾਰੀ ਤੋਂ ਚੰਗਾ ਕਰ ਸਕਦੀ ਹੈ। ਹਾਲੇਲੂਇਆ। ਨਿਸ਼ਚੈ ਦੇ ਨਾਲ, ਵਿਸ਼ਵਾਸ ਦੇ ਨਾਲ ਦੁਆ ਕਰਨੀ ਹੈ, ਤਾਂ ਪਰਮੇਸ਼ਰ ਸਾਡੇ ਸਾਰੇ ਕੰਮਾਂ ਨੂੰ ਪੂਰਾ ਕਰੇਗਾ, ਸਾਡੀਆਂ ਬਿਮਾਰੀਆਂ ਨੂੰ ਚੰਗਾ ਕਰੇਗਾ। ਲਿਖਿਆ ਜੇਕਰ ਤੁਹਾਡੇ ਵਿੱਚ ਕੋਈ ਦੁਖੀ ਹੈ ਤਾਂ ਪ੍ਰਾਰਥਨਾ ਕਰੇ। ਜੇ ਕੋਈ ਦੁਖੀ ਹੈ ਤਾਂ ਪ੍ਰਾਰਥਨਾ ਕਰੇ। ਹਾਲੇਲੂਇਆ। ਹਾਲੇਲੂਇਆ। ਕੋਈ ਆਨੰਦ ਹੈ ਤਾਂ ਭਜਨ ਗਾਵੇ। ਕੋਈ ਆਨੰਦ ਹੈ ਤਾਂ ਭਜਨ ਗਾਵੇ। ਹਾਲੇਲੂਇਆ। ਮੇਰੇ ਚੀਜ਼ੋ, ਅਸੀਂ ਜਦੋਂ ਕਈ ਵਾਰੀ ਦੁਖੀ ਹੁੰਨੇ ਆ, ਅਸੀਂ ਪ੍ਰਾਰਥਨਾ ਜਿਹੜਾ ਦੁੱਖ ਦੇ ਵਿੱਚ ਹੀ ਕਰਦੇ, ਤਾਂ ਜਦੋਂ ਅਸੀਂ ਸੁਖੀ ਹੁੰਨੇ ਆ ਫਿਰ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ। ਹਾਲੇਲੂਇਆ। ਇਹ ਪਰਮੇਸ਼ਰ ਦਾ ਵਚਨ ਸਾਨੂੰ ਨਹੀਂ ਦੱਸਦਾ ਹੈ। ਪਰਮੇਸ਼ਰ ਦਾ ਵਚਨ ਕਹਿੰਦਾ ਦੁੱਖ ਔਰ ਸੁੱਖ ਦੇ ਵਿੱਚ ਮੇਰੇ ਨਾਲ ਹੋਵੋ ਮੇਰੇ ਚੀਜ਼ੋ। ਹਾਲੇਲੂਇਆ। ਅਸੀਂ ਦੁੱਖ ਔਰ ਸੁੱਖ ਦੇ ਵਿੱਚ, ਦੋਨਾਂ ਦੇ ਵਿੱਚ ਹੀ ਪਰਮੇਸ਼ਰ ਦੇ ਨਾਲ ਚੱਲਣਾ, ਉਹਦੇ ਨਾਮ ਦੀ ਵਡਿਆਈ, ਉਹਦੇ ਨਾਮ ਦੀ ਮਹਿਮਾ ਕਰਨੀ ਹੈ। ਹਾਲੇਲੂਇਆ। ਦਿਨ ਰਾਤ ਉਹਦੀ ਦਹਾਈ ਦੇਣੀ ਹੈ। ਹਾਲੇਲੂਇਆ। ਔਰ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕੋਈ ਆਨੰਦ ਹੈ ਤਾਂ ਕੀ ਕਰੇ? ਭਜਨ ਗਾਵੇ। ਕੋਈ ਆਨੰਦ ਹੈ ਤਾਂ ਕੋਈ ਭਜਨ ਗਾਵੇ। ਹਾਲੇਲੂਇਆ। ਕੋਈ ਆਨੰਦ ਹੈ ਤਾਂ ਭਜਨ ਗਾਵੇ, ਜ਼ਬੂਰ ਗਾਵੇ, ਭਜਨ ਗਾਵੇ, ਪਰਮੇਸ਼ਰ ਦੇ ਨਾਮ ਦੀ ਵਡਿਆਈ, ਉਹਦੇ ਨਾਮ ਦੀ ਮਹਿਮਾ ਕਰੇ। ਹਾਲੇਲੂਇਆ। ਕਿਉਂ ਕਰੇ? ਕਿਉਂਕਿ ਅਸੀਂ ਆਨੰਦ ਸਾਨੂੰ ਕਿਹਨੇ ਕੀਤਾ ਹੈ? ਖੁਸ਼ੀ ਸਾਨੂੰ ਕਿਹਨੇ ਦਿੱਤੀ ਹੈ? ਪਰਮੇਸ਼ਰ ਪ੍ਰਭਾ ਦੇ ਪ੍ਰਭੂ ਯਿਸੂ ਮਸੀਹ ਨਾਸਰੀ ਨੇ ਸਾਨੂੰ ਖੁਸ਼ੀ ਦਿੱਤੀ ਹੈ। ਤਾਂ ਉਹਦੇ ਵਿੱਚ ਅਸੀਂ ਕੀ ਕਰਨਾ? ਫਿਰ ਅਸੀਂ ਗਾਉਣਾ ਵਜਾਉਣਾ, ਪਰਮੇਸ਼ਰ ਦੇ ਨਾਮ ਦੀ ਵਡਿਆਈ ਕਰਨੀ ਹੈ ਮੇਰੇ ਚੀਜ਼ੋ। ਸਭ ਤੋਂ ਪਹਿਲਾਂ ਦੱਸਿਆ, ਜੇਕਰ ਤੁਹਾਡੇ ਵਿੱਚ ਕੋਈ ਦੁਖੀ ਆ ਤਾਂ ਪ੍ਰਾਰਥਨਾ ਕਰੇ। ਤਾਂ ਜੇ ਕੋਈ ਆਨੰਦ ਹੈ ਤਾਂ ਤੁਹਾਡੇ ਵਿੱਚ ਕੋਈ ਆਨੰਦ ਹੈ ਤਾਂ ਉਹ ਪਰਮੇਸ਼ਰ ਦੀ ਵਡਿਆਈ ਕਰੇ, ਉਹਦੇ ਭਜਨ ਗਾਵੇ, ਉਹਦੇ ਨਾਮ ਦੀ ਮਹਿਮਾ ਕਰੇ ਮੇਰੇ ਚੀਜ਼ੋ। ਹਾਲੇਲੂਇਆ। ਕੀ ਤੁਹਾਡੇ ਵਿੱਚ ਕੋਈ ਮਾਦਾ ਹੈ ਤਾਂ ਕਲੀਸਿਆ ਦੇ ਬਜ਼ੁਰਗਾਂ ਨੂੰ ਸੱਦ ਘੱਲੇ ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਹਨਾਂ ਦੇ ਉੱਪਰ ਤੇਲ ਚੱਸਣ, ਤਾਂ
ਉਸ ਦੇ ਲਈ ਉਸ ਲਈ ਪ੍ਰਾਰਥਨਾ ਕਰਨ। ਕਹਿੰਦਾ ਜੇ ਤੁਹਾਡੇ ਵਿੱਚ ਕੋਈ ਮਾਦਾ ਹੋਵੇ, ਕੋਈ ਬਿਮਾਰ ਹੋਵੇ, ਹਾਲੇਲੂਇਆ, ਕੋਈ ਮਾਦਾ ਹੋਵੇ, ਕੋਈ ਬਿਮਾਰ ਹੋਵੇ, ਤਾਂ ਕਹਿੰਦਾ ਤੁਹਾਡੀ ਅਤੇ ਕਲੀਸਿਆ ਦੇ ਵਿੱਚੋਂ ਬਜ਼ੁਰਗਾਂ ਨੂੰ ਸੱਦ ਘੱਲੇ ਭਈ ਉਹ ਪ੍ਰਭੂ ਦਾ ਨਾਮ ਲੈ ਕੇ ਉਹਨੂੰ ਤੇਲ ਚੱਸਣ, ਪ੍ਰਭੂ ਦਾ ਨਾਮ ਲੈ ਕੇ ਉਹਨੂੰ ਤੇਲ ਚੱਸਣ ਮੇਰੇ ਜੀਜੋ। ਹਾਲੇਲੂਇਆ। ਜੇਕਰ ਤੁਹਾਡੇ ਵਿੱਚ ਕੋਈ ਮਾਦਾ ਹੋਵੇ ਤਾਂ ਕਲੀਸਿਆ ਦੇ ਬਜ਼ੁਰਗਾਂ ਨੂੰ ਸੱਦ ਘੱਲੇ ਕਿ ਉਹ ਆਣ ਕੇ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਤੇਲ ਚੱਸਣ ਅਤੇ ਉਹਦੇ ਲਈ ਪ੍ਰਾਰਥਨਾ ਕਰਨ, ਉਹਦੇ ਲਈ ਪ੍ਰਾਰਥਨਾ ਕਰਨ ਮੇਰੇ ਜੀਜੋ। ਹਾਲੇਲੂਇਆ। ਕਈ ਵਾਰੀ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ, ਕੋਈ ਬਿਮਾਰੀ ਆ ਜਾਂਦੀ ਹੈ ਜਾਂ ਕੋਈ ਤਕਲੀਫ ਆ ਜਾਂਦੀ ਆ, ਤਾਂ ਅਸੀਂ ਕੀ ਆ ਬਹੁਤ ਹੀ ਫਿਕਰਮੰਦ ਹੋ ਜਾਂਦੇ ਕਿ ਇਹ ਕਿਉਂ ਆਈ ਹੈ। ਹਾਲੇਲੂਇਆ। ਮੇਰੇ ਜੀਜੋ, ਇਹ ਜਿਹੜੀ ਆ ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਆਪਣੇ ਕਲੀਸਿਆ ਦੇ ਬਜ਼ੁਰਗਾਂ ਨੂੰ ਘੱਲੋ ਤਾਂ ਕੀ ਆ ਤੇਲ ਚੱਸਣ। ਹਾਲੇਲੂਇਆ। ਤਾਂ ਬਿਮਾਰੀ ਚੰਗੀ ਹੋ ਸਕਦੀ ਹੈ। ਕਿਹਦੇ ਨਾਮ ਦੇ ਵਿੱਚ? ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਚੰਗੀ ਹੋ ਸਕਦੀ ਹੈ ਮੇਰੇ ਜੀਜੋ। ਹੋਰ ਕਿਸੇ ਦੇ ਨਾਮ ਦੇ ਵਿੱਚ ਕੁਝ ਵੀ ਹੋ ਨਹੀਂ ਸਕਦਾ, ਕਿਉਂਕਿ ਪ੍ਰਭੂਆਂ ਦਾ ਪ੍ਰਭੂ, ਰਾਜਾਂ ਦਾ ਰਾਜਾ ਯਿਸੂ ਨਾਸਰੀ ਆ। ਉਹਦੀ ਸ਼ਕਤੀ ਜਿਹੜੀ ਹੈ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ, ਉਹਦੀ ਸ਼ਕਤੀ ਹੀ ਤੁਹਾਡੇ ਵਿੱਚ ਕੰਮ ਕਰਦੀ ਹੈ। ਉਹ ਆਪਣੇ ਪੁੱਤਰ ਆਤਮਾ ਦੇ ਦੁਆਰਾ ਤੁਹਾਡੇ ਵਿੱਚ ਕੰਮ ਕਰਦਾ ਹੈ ਮੇਰੇ ਜੀਜੋ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਤੇ ਤੇਲ ਚੱਸਣ ਅਤੇ ਉਹਦੇ ਲਈ ਪ੍ਰਾਰਥਨਾ ਕਰਨ। ਹਾਲੇਲੂਇਆ। ਅਤੇ ਪ੍ਰਾਰਥਨਾ ਜਿਹੜੀ ਨਿਹਚਾ ਨਾਲ ਹੋਵੇ ਉਹ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੂ ਉਸ ਨੂੰ ਉਠਾ ਖੜਾ ਕਰੇਗਾ। ਹਾਲੇਲੂਇਆ। ਜਿਹੜੇ ਕਹਿੰਦੇ ਜਿਹੜੀ ਦੁਆ ਜਿਹੜੀ ਹੈ ਜੇ ਨਿਹਚਾ ਦੇ ਨਾਲ ਹੋਵੇ ਤੇ ਬਿਮਾਰ ਨੂੰ ਕੀ ਕੀਤਾ ਜਾਏਗਾ? ਬਚਾਵੇਗੀ। ਹਾਲੇਲੂਇਆ। ਕਹਿੰਦੇ ਬਜ਼ੁਰਗਾਂ ਨੂੰ ਭੇਜੋ ਤੇ ਉਹ ਆਣ ਕੇ ਤੇਲ ਚੱਸਣ ਬਿਮਾਰ ਦੇ ਉੱਪਰ ਜਿਹੜਾ ਮਾਦਾ ਆ, ਤਾਂ ਕੀ ਆ ਜਿਹੜੀ ਨਿਹਚਾ ਦੇ ਨਾਲ ਪ੍ਰਾਰਥਨਾ ਹੋਵੇਗੀ। ਹਾਲੇਲੂਇਆ। ਜਿਹੜੀ ਨਿਹਚਾ ਦੇ ਨਾਲ ਪ੍ਰਾਰਥਨਾ ਹੋਵੇਗੀ ਤਾਂ ਉਹ ਉਹਨੂੰ ਬਿਮਾਰ ਨੂੰ ਕੀ ਕਰੇਗੀ? ਬਚਾਵੇਗੀ। ਹਾਲੇਲੂਇਆ। ਬਿਮਾਰ ਨੂੰ ਕੀ ਆ? ਬਚਾਵੇਗੀ ਅਤੇ ਪ੍ਰਭੂ ਉਹਨੂੰ ਉਠਾ ਖੜਾ ਕਰੇਗਾ ਅਤੇ ਪ੍ਰਭੂ ਉਹਨੂੰ ਉਠਾ ਖੜਾ ਕਰੇਗਾ ਮੇਰੇ ਜੀਜੋ। ਹਾਲੇਲੂਇਆ। ਕਿੱਦਾਂ ਉਠਾ ਖੜਾ ਕਰੇਗਾ? ਕਿਉਂਕਿ ਪਰਮੇਸ਼ਰ ਦੀ ਸ਼ਕਤੀ ਜਿਹੜੀ ਹੈ, ਹਾਲੇਲੂਇਆ, ਉਹ ਕੰਮ ਕਰੇਗੀ ਮੇਰੇ ਜੀਜੋ। ਹਾਲੇਲੂਇਆ। ਤੇ ਜਿਹੜੀ ਦੁਆ ਨਿਹਚਾ ਦੇ ਨਾਲ ਹੋਵੇਗੀ ਤਾਂ ਉਹ ਬਿਮਾਰ ਨੂੰ ਚੰਗਾ ਕਰੇਗੀ ਤੇ ਉਹਨੂੰ ਉਠਾ ਖੜਾ ਕਰੇਗੀ ਮੇਰੇ ਜੀਜੋ। ਹਾਲੇਲੂਇਆ। ਐਦਾਂ ਦਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਹੈ। ਪਰ ਗੱਲ ਹੈ ਕਿ ਨਿਹਚਾ ਦੇ ਨਾਲ, ਵਿਸ਼ਵਾਸ ਦੇ ਨਾਲ ਦੁਆ ਕਰਨੀ ਹੈ। ਹਾਲੇਲੂਇਆ। ਤਾਂ ਮੇਰੇ ਜੀਜੋ ਸਭ ਕੁਝ ਹੋ ਜਾਏਗਾ ਮੇਰੇ ਜੀਜੋ। ਬਿਮਾਰੀਆਂ ਚੰਗੀਆਂ ਹੋ ਜਾਣ, ਤਕਲੀਫਾਂ, ਦੁੱਖ, ਦਰਦ ਸਭ ਕੁਝ ਚੰਗਾ ਹੋ ਜਾਏਗਾ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ। ਹਾਲੇਲੂਇਆ, ਹਾਲੇਲੂਇਆ। ਤੇ ਉਹ ਬਿਮਾਰ ਨੂੰ ਕੀ ਆ? ਉਠਾ ਖੜਾ ਕਰੇਗੀ। ਅਤੇ ਜੇ ਉਹਨੇ ਪਾਪ ਕੀਤੇ ਹੋਣ, ਪਰਮੇਸ਼ਰ ਦੇ ਵਚਨ ਸਾਫ਼ ਲਿਖਿਆ ਹੈ ਕਿ ਜੇ ਉਹਨੇ ਪਾਪ ਕੀਤੇ ਹੋਣ ਤਾਂ ਉਹਨੂੰ ਮਾਫ ਕੀਤੇ ਜਾਣਗੇ। ਹਾਲੇਲੂਇਆ। ਉਹਦੇ ਪਾਪ ਵੀ ਮਾਫ ਹੋਣਗੇ। ਕਿੱਦਾਂ? ਜਦੋਂ ਉਹ ਆਪਣੇ ਪਾਪਾਂ ਨੂੰ ਮੰਨ ਕੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਅੱਗੇ ਛੱਡ ਦੇਗਾ ਤਾਂ ਉਹਦੇ ਪਾਪ ਵੀ ਮਾਫ ਹੋ ਜਾਣਗੇ। ਅਗਲੀ ਆਇਤ 'ਚ ਲਿਖਿਆ ਹੈ, ਇਸ ਲਈ ਤੁਸੀਂ ਆਪੋ ਵਿੱਚ ਆਪਣੇ ਪਾਪਾਂ ਦਾ ਇਕਰਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਭਈ ਤੁਸੀਂ ਨਿਰੋਏ ਹੋ ਜਾਓ। ਹਾਲੇਲੂਇਆ। ਤੁਸੀਂ ਆਪੋ ਵਿੱਚ ਆਪਣੇ ਪਾਪਾਂ ਦਾ ਇਕਰਾਰ ਕਰਨਾ ਹੈ ਮੇਰੇ ਜੀਜੋ। ਹਾਲੇਲੂਇਆ। ਇਕਰਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ। ਇਹ ਆਪਣੇ ਪਾਪਾਂ ਦਾ ਇਕਰਾਰ ਵੀ ਕਰਨਾ ਹੈ। हे ਪਰਮੇਸ਼ਰ, ਮੈਂ ਪਾਪੀ ਗੁਨਾਹਗਾਰ ਹਾਂ, ਮੇਰੇ ਕੋਲ ਗੁਨਾਹ ਹੋ ਗਿਆ ਹੈ ਤਾਂ ਮੈਨੂੰ ਮਾਫ ਕਰ। ਹਾਲੇਲੂਇਆ। ਤਾਂ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਪਾਪਾਂ ਨੂੰ ਵੀ ਮਾਫ ਕਰੇਗਾ ਮੇਰੇ, ਚੰਗਾ ਵੀ ਕਰੇਗਾ। ਤੇ ਜੇ ਉਹ ਆਪਣੇ ਪਾਪਾਂ ਦਾ ਇਕਰਾਰ ਕਰਕੇ ਪਰਮੇਸ਼ਰ ਦੇ ਅੱਗੇ ਆਪਣੇ ਪਾਪਾਂ ਨੂੰ ਮੰਨ ਲੈਣਗੇ ਤਾਂ ਮੇਰੇ ਜੀਜੋ ਉਹਨਾਂ ਦੇ ਪਾਪ ਵੀ ਮਾਫ ਪਰਮੇਸ਼ਰ ਕਰੇਗਾ। ਹਲੇ ਇੱਕ ਅਤੇ ਆਪਣੇ ਪਾਪਾਂ ਦਾ ਇਕਰਾਰ ਕਰੋ ਤੇ ਇੱਕ ਦੂਜੇ ਲਈ ਕੀ ਕਰੋ? ਪ੍ਰਾਰਥਨਾ ਵੀ ਕਰਨੀ ਹੈ। ਹਾਲੇਲੂਇਆ। ਇੱਕ ਦੂਜੇ ਲਈ ਪ੍ਰਾਰਥਨਾ ਵੀ ਕਰਨੀ ਹੈ ਮੇਰੇ ਜੀਜੋ। ਤਾਂ ਫੇਰ ਹੀ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੀ ਸ਼ਕਤੀ ਜਿਹੜੀ ਆ ਉਹ ਕੰਮ ਕਰੇਗੀ ਮੇਰੇ ਜੀਜੋ। ਹਾਲੇਲੂਇਆ। ਫੇਰ ਹੀ ਪਰਮੇਸ਼ਰ ਦੀ ਸ਼ਕਤੀ ਜਿਹੜੀ ਆ ਉਹ ਕੰਮ ਕਰੇਗੀ। ਭਈ ਕਰੋ ਤੇ ਤੁਸੀਂ ਨਿਰੋਏ ਹੋ ਜਾਓਗੇ, ਤੁਸੀਂ ਚੰਗੇ ਹੋ ਜਾਓਗੇ। ਪਰਮੇਸ਼ਰ ਦੇ ਵਚਨ 'ਚ ਲਿਖਿਆ। ਹਾਲੇਲੂਇਆ, ਹਾਲੇਲੂਇਆ। ਕਿੱਦਾਂ? ਕਿਹਦੀ ਸ਼ਕਤੀ ਦੇ ਨਾਲ? ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜੀ ਨੇ ਸਾਡੇ ਵਾਸਤੇ ਆਪਣਾ ਖੂਨ ਜਿਹੜਾ ਬਹਾ ਦਿੱਤਾ। ਹਾਲੇਲੂਇਆ। ਇੱਕ ਕਤਰਾ ਖੂਨ ਦਾ ਸਾਡੇ ਲਈ ਬਹਾ ਦਿੱਤਾ ਮੇਰੇ ਜੀਜੋ। ਉਹਦੀ ਸ਼ਕਤੀ ਜਿਹੜੀ ਆ ਉਹ ਸਾਡੇ ਵਿੱਚ ਕੰਮ ਕਰੇਗੀ ਜਦੋਂ ਅਸੀਂ ਨਿਹਚਾ ਦੇ ਨਾਲ ਪ੍ਰਾਰਥਨਾ ਹੋਗੀ, ਆਪਣੇ ਪਾਪਾਂ ਦਾ ਇਕਰਾਰ ਕਰਾਂਗੇ ਤੇ ਇੱਕ ਦੂਜੇ ਲਈ ਦੁਆ ਕਰਾਂਗੇ। ਹਾਲੇਲੂਇਆ। ਤਾਂ ਪਰਮੇਸ਼ਰ ਦੀ ਸ਼ਕਤੀ ਫਿਰ ਤੁਹਾਡੇ ਵਿੱਚ ਕੰਮ ਕਰੇਗੀ। ਹਾਲੇਲੂਇਆ। ਤੁਸੀਂ ਨਿਰੋਏ ਹੋ ਜਾਓਗੇ, ਤੁਸੀਂ ਚੰਗੇ ਹੋ ਜਾਓਗੇ ਮੇਰੇ ਜੀਜੋ। ਹਾਲੇਲੂਇਆ, ਹਾਲੇਲੂਇਆ। ਤੇ ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ। ਜਿਹੜੇ ਧਰਮੀ ਪੁਰਖ ਆ ਮੇਰੇ ਜੀਜੋ, ਧਰਮੀ ਲੋਕ ਕੌਣ ਆ?
ਉਹੀ ਜਿਹੜੇ ਪਰਮੇਸ਼ਰ ਦੀ ਮਰਜ਼ੀ ਦੇ ਉੱਪਰ ਚੱਲਦੇ, ਪਰਮੇਸ਼ਰ ਦੇ ਹੁਕਮਾਂ ਦੇ ਉੱਪਰ ਚੱਲਦੇ ਆ ਔਰ ਪਵਿੱਤਰਤਾ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਕੇ ਪਰਮੇਸ਼ਰ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਆ ਪੂਰੇ ਤੌਰ ਤੇ ਜਿਹੜੀ ਆ ਗੁਜ਼ਾਰਦੇ ਆ, ਤਾਂ ਮੇਰੇ ਜੀਜੋ ਉਹ ਧਰਮੀ ਲੋਕ ਆ ਮੇਰੇ ਜੀਜੋ। ਹਾਲੇਲੂਇਆ, ਉਹ ਧਰਮੀ ਲੋਕ ਆ। ਅਸੀਂ ਧਰਮੀ ਲੋਕ ਬਣਨਾ ਹੈ ਮੇਰੇ ਜੀਜੋ। ਧਰਮੀ ਲੋਕ ਉਦੋਂ ਹੀ ਬਣਦਾ ਹੈ ਜਦੋਂ ਸਾਡੀ ਲਗਨ ਪੂਰੀ ਤੌਰ ਤੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਲੱਗੀ ਰਹਿੰਦੀ ਆ ਤੇ ਉਹਦੇ ਹੁਕਮਾਂ ਨੂੰ ਮੰਨ ਕੇ ਤਾਂ ਫਿਰ ਪਵਿੱਤਰਤਾ ਦੇ ਵਿੱਚ ਆਪਣਾ ਜੀਵਨ ਜਿਹੜਾ ਗੁਜ਼ਾਰ ਕੇ ਪਰਮੇਸ਼ਰ ਦੇ ਨਾਲ ਜੁੜੇ ਰਹਿਣਾ ਹੈ। ਤਾਂ ਫਿਰ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਨਾਲ ਜੁੜਿਆ ਰਵਾਂਗਾ ਮੇਰੇ। ਹਾਲੇਲੂਇਆ। ਸਭ ਤੋਂ ਪਹਿਲਾਂ ਆਪਣੇ ਪਾਪਾਂ ਦਾ ਇਕਰਾਰ ਕਰਕੇ ਮੰਨ ਕੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਅੱਗੇ ਛੱਡ ਦੇਣੇ ਆ ਤਾਂ ਪਰਮੇਸ਼ਰ ਦੀ ਕਿਰਪਾ ਤੁਹਾਡੇ ਉੱਪਰ ਹੋ ਜਾਂਦੀ ਹੈ। ਤਾਂ ਫਿਰ ਉਸ ਤੋਂ ਬਾਅਦ ਦੂਜਾ ਸਟੈਪ ਹੈ ਕਿ ਪਰਮੇਸ਼ਰ ਦੇ ਨਾਲ ਚੱਲਣਾ ਪਵਿੱਤਰਤਾ ਦੇ ਵਿੱਚ ਪੈਣਾ ਮੇਰੇ ਜੀਜੋ। ਫਿਰ ਅਸੀਂ ਧਰਮੀ ਬਣ ਸਕਦੇ ਹਾਂ ਮੇਰੇ ਜੀਜੋ। ਹਾਲੇਲੂਇਆ। ਫਿਰ ਅਸੀਂ ਧਰਮੀ ਬਣ ਸਕਦੇ। ਤੇ ਲਿਖਿਆ ਪਰਮੇਸ਼ਰ ਦੇ ਵਿੱਚ ਧਰਮੀ ਪੁਰਖ ਦੀ ਜਿਹੜੀ ਆ ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਜਿਹੜਾ ਅਸਰ ਹੁੰਦਾ ਹੈ। ਧਰਮੀ ਪੁਰਖ ਜਿਹੜਾ ਉਹਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ। ਕਹਿਣ ਦਾ ਮਤਲਬ ਕਿ ਜੇ ਧਰਮੀ ਬੰਦਾ ਕਿਸੇ ਲਈ ਨਿਸ਼ਚੈ ਦੇ ਨਾਲ ਦੁਆ ਕਰੇ ਤਾਂ ਬਹੁਤ ਅਸਰ ਹੁੰਦਾ ਹੈ। ਪਰਮੇਸ਼ਰ ਦੀ ਸ਼ਕਤੀ ਫਿਰ ਉਹਦੇ ਵਿੱਚ ਕੰਮ ਕਰਕੇ ਉਹ ਜਿਹੜਾ ਬਿਮਾਰ ਆ ਉਹਨੂੰ ਚੰਗਾ ਕਰ ਸਕਦੀ ਹੈ ਮੇਰੇ ਵਿੱਚ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਬਹੁਤ ਅਸਰ ਹੁੰਦਾ ਹੈ। ਏਲੀਆ ਸਾਡੇ ਵਰਗਾ ਦੁੱਖ ਸੁੱਖ ਭੋਗਣ ਵਾਲਾ ਮਨੁੱਖ ਸੀ ਅਤੇ ਉਸਨੇ ਹਾਲੇਲੂਇਆ ਜਿਹੜਾ ਇੱਕ ਏਲੀਆ ਜਿਹੜਾ ਹੈ ਮੇਰੇ ਜੀਜੋ ਉਹ ਸਾਡੇ ਵਾਂਗੂ ਹੀ ਸੀਗਾ, ਦੁੱਖ ਤੇ ਸੁੱਖ ਭੋਗਣ ਵਾਲਾ। ਜਿੱਦਾਂ ਅਸੀਂ ਇਸ ਦੁਨੀਆ ਦੇ ਵਿੱਚ ਆ, ਕਈ ਵਾਰੀ ਸਾਡੇ ਤੇ ਦੁੱਖ ਵੀ ਆਉਂਦੇ ਆ ਸੁੱਖ ਵੀ ਆਉਂਦੇ ਆ ਤੇ ਅਸੀਂ ਦੋਨਾਂ ਚੀਜ਼ਾਂ ਨੂੰ ਅਸੀਂ ਜਿਹੜੇ ਭੋਗਦੇ ਆ ਮੇਰੇ ਜੀਜੋ। ਇਸੇ ਤਰ੍ਹਾਂ ਏਲੀਆ ਵੀ ਸਾਡੇ ਵਿੱਚੋਂ ਹੀ ਸੀਗਾ ਜਿਹੜਾ ਦੁੱਖ ਤੇ ਸੁੱਖ ਭੋਗਣ ਵਾਲਾ ਇਨਸਾਨ ਸੀਗਾ। ਹਾਲੇਲੂਇਆ। ਏਲੀਆ ਜਿਹੜਾ ਹਾਲੇਲੂਇਆ ਏਲੀਆ ਭੋਗਣ ਵਾਲਾ ਸੀ ਤੇ ਮਨੁੱਖ ਸੀ ਅਤੇ ਉਹਨੇ ਤਨੋ ਮਨੋਂ ਪ੍ਰਾਰਥਨਾ ਕੀਤੀ ਭਈ ਵਰਖਾ ਨਾ ਹੋਵੇ ਤਾਂ 3.5 ਵਰੇ। ਹਾਲੇਲੂਇਆ। ਫਿਰ ਉਹਨੇ ਕੀ ਪ੍ਰਾਰਥਨਾ ਕੀਤੀ ਮੇਰੇ ਜੀਜੋ। ਹਾਲੇਲੂਇਆ। ਉਹਨੇ ਪ੍ਰਾਰਥਨਾ ਕੀਤੀ ਕਿ 3.5 ਸਾਲ ਜਿਹੜਾ ਆ ਮੀਂਹ ਨਾ ਪਵੇ ਤਾਂ ਮੇਰੇ ਉੱਥੇ ਮੇਰੇ ਚ ਬਾਰਿਸ਼ ਨਹੀਂ ਹੋਈ। ਹਾਲੇਲੂਇਆ, ਹਾਲੇਲੂਇਆ। ਪ੍ਰਾਰਥਨਾ ਕੀਤੀ ਅਤੇ ਵਰਖਾ ਨਾ ਹੋਵੇ ਤਾਂ 3.5 ਵਰੇ ਤੇ ਉਹ ਧਰਤੀ ਉੱਤੇ ਵਰਖਾ ਨਾ ਹੋਈ। ਮੇਰੇ 3.5 ਸਾਲ ਜਿਹੜੀ ਆ ਉਹ ਉੱਥੇ ਵਰਖਾ ਨਹੀਂ ਹੋਈ। ਉਹ ਏਲੀਆ ਜਿਹੜਾ ਸੀਗਾ ਮੇਰੇ ਜੀਜੋ ਹਾਲੇਲੂਇਆ ਉਹ ਸਾਡੇ ਵਾਂਗੂ ਹੀ ਜਿਹੜਾ ਸੀਗਾ ਦੁੱਖ ਤੇ ਸੁੱਖ ਭੋਗਣ ਵਾਲਾ ਇਨਸਾਨ ਸੀ, ਮਨੁੱਖ ਸੀਗਾ ਮੇਰੇ ਜੀਜੋ। ਪਰ ਉਹ ਧਰਮੀ ਸੀਗਾ ਮੇਰੇ ਜੀਜੋ। ਹਾਲੇਲੂਇਆ। ਧਰਮ ਦੇ ਕੰਮ ਕਰਦਾ ਸੀਗਾ। ਹਾਲੇਲੂਇਆ। ਉਹ ਧਰਮੀ ਸੀ ਮੇਰੇ ਜੀਜੋ। ਇਸ ਕਰਕੇ ਉਹਦੀ ਦੁਆ ਜਿਹੜੀ ਸੁਣੀ ਗਈ 3.5 ਸਾਲ ਜਿਹੜਾ ਆ ਉਹ ਮੀਂਹ ਨਹੀਂ ਪਿਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। 3 ਵਰੇ ਤੱਕ ਉਹ ਧਰਤੀ ਤੇ ਵਰਖਾ ਨਾ ਹੋਈ ਅਤੇ ਉਹਨੇ ਫਿਰ ਪ੍ਰਾਰਥਨਾ ਕੀਤੀ ਅਤੇ ਆਕਾਸ਼ ਨੇ ਵਰਖਾ ਕੀਤੀ। ਹਾਲੇਲੂਇਆ। ਫਿਰ 3.5 ਸਾਲ ਤੋਂ ਬਾਅਦ ਫਿਰ ਉਹਨੇ ਪ੍ਰਾਰਥਨਾ ਕੀਤੀ ਪਰਮੇਸ਼ਰ ਦੇ ਅੱਗੇ, ਜਿਹੜਾ ਸਰਵ ਸ਼ਕਤੀਮਾਨ ਪਰਮੇਸ਼ਰ, ਜਿਹੜਾ ਤੁਹਾਡੇ ਵਿੱਚ ਸ਼ਕਤੀ, ਜਿਹਦੀ ਸ਼ਕਤੀ ਜਿਹੜੀ ਤੁਹਾਡੇ ਵਿੱਚ ਕੰਮ ਕਰਦੀ ਆ ਪਵਿੱਤਰ ਆਤਮਾ ਦੇ ਦੁਆਰਾ ਮੇਰੇ ਜੀਜੋ। ਉਹਨੇ ਫਿਰ ਏਲੀਆ ਦੀ ਦੁਆ ਨੂੰ ਸੁਣਿਆ ਤਾਂ ਵਰਖਾ ਫਿਰ ਹੋਈ ਮੇਰੇ ਜੀਜੋ। ਹਾਲੇਲੂਇਆ, ਹਾਲੇਲੂਇਆ। ਵਰਖਾ ਫਿਰ ਪ੍ਰਾਰਥਨਾ ਕੀਤੀ ਤੇ ਆਕਾਸ਼ ਤੋਂ ਵਰਖਾ ਕੀਤੀ ਅਤੇ ਧਰਤੀ ਨੇ ਆਪਣੇ ਫਲ ਉਗਾਏ। ਹਾਲੇਲੂਇਆ। 3.5 ਸਾਲ ਤੱਕ ਵਰਖਾ ਨਹੀਂ ਹੋਈ ਜਦੋਂ ਏਲੀਆ ਨੇ ਦੁਆ ਕੀਤੀ। ਉਸ ਤੋਂ ਬਾਅਦ ਫਿਰ 3.5 ਸਾਲ ਤੋਂ ਬਾਅਦ ਫਿਰ ਪ੍ਰਾਰਥਨਾ ਕੀਤੀ ਪਰਮੇਸ਼ਰ ਦੇ ਅੱਗੇ ਮੇਰੇ ਜੀਜੋ ਤਾਂ ਫਿਰ ਵਰਖਾ ਹੋਈ ਮੇਰੇ ਜੀਜੋ। ਹਾਲੇਲੂਇਆ। ਤਾਂ ਕੀਆ ਧਰਤੀ ਨੇ ਆਪਣੇ ਫਲ ਉਗਾਏ। ਹਾਲੇਲੂਇਆ। ਏਦਾਂ ਦਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜਾ ਹੈ, ਜਿਹੜਾ ਸਰਵ ਸ਼ਕਤੀਮਾਨ ਹੈ, ਪਰਮੇਸ਼ਰਾਂ ਦਾ ਪਰਮੇਸ਼ਰ, ਪ੍ਰਭੂਆਂ ਦਾ ਪ੍ਰਭੂ, ਰਾਜਾਂ ਦਾ ਰਾਜਾ, ਆਦਿ ਔਰ ਅੰਤ, ਅਲਫਾ ਔਰ ਓਮੇਗਾ, ਅਗਲਾ ਔਰ ਪਿਛਲਾ ਮੇਰੇ ਜੀਜੋ, ਉਹ ਪ੍ਰਾਰਥਨਾ ਸੁਣਦਾ ਹੈ ਮੇਰੇ। ਕਿਹਨਾਂ ਦੀ? ਜਿਹੜੇ ਧਰਮੀ ਲੋਕ ਆ ਮੇਰੇ ਜੀ, ਜਿਨ੍ਹਾਂ ਦੀ ਜਿਹੜੇ ਧਰਮੀ ਲੋਕ ਆ ਉਹਨਾਂ ਦੀ ਦੁਆ ਸੁਣਦਾ ਮੇਰੇ ਜੀਜੋ ਪਰਮੇਸ਼ਰ। ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਸਾਨੂੰ ਪਰਮੇਸ਼ਰ ਦਾ ਵਚਨ ਜਿਹੜਾ ਇਹ ਦੱਸਦਾ ਹੈ ਕਿ ਅਸੀਂ ਕੀ ਕਰਨਾ ਹੈ। ਅਸੀਂ ਪਰਮੇਸ਼ਰ ਦੇ ਨਾਮ ਦੇ ਵਿੱਚ ਜਿਹੜਾ ਹੈ ਅਸੀਂ ਬਣੇ ਰਹਿਣਾ ਹੈ, ਉਹਦੀ ਵਡਿਆਈ ਕਰਨੀ ਹੈ। ਜੇ ਕੋਈ ਦੁਖੀ ਹੈ ਤੇ ਪ੍ਰਾਰਥਨਾ ਕਰੇ, ਜੇ ਕੋਈ ਆਨੰਦ ਹੈ ਤਾਂ ਉਹਦੀ ਵਡਿਆਈ ਕਰੇ, ਭਜਨ ਗਾਵੇ, ਉਹਦੀ ਜ਼ਬੂਰ ਗਾਵੇ ਔਰ ਉਹਦੇ ਨਾਮ ਦੀ ਹਮੇਸ਼ਾ ਵਡਿਆਈ ਕਰੇ ਮੇਰੇ ਜੀਜੋ। ਹਾਲੇਲੂਇਆ, ਹਾਲੇਲੂਇਆ। ਇਸੇ ਤਰ੍ਹਾਂ ਆਪਾਂ ਪਰਮੇਸ਼ਰ ਦੇ ਵਚਨ 'ਚ ਦੇਖਦੇ, ਪਹਿਲਾ ਪਤਰਸ ਉਹਦੀ 1 ਬਾਬ ਦੀ ਜਿਹੜੀ ਆ ਉਹ 4 ਆਇਤ ਆਪਾਂ ਪਰਮੇਸ਼ਰ ਦੇ ਵਚਨ 'ਚੋਂ ਦੇਖਣਾ ਹੈ। ਹਾਲੇਲੂਇਆ। ਉਸ ਦੀ 4 ਪਹਿਲਾ ਪਤਰਸ ਉਹਦਾ 1 ਬਾਬ ਉਹਦੀ 4 ਤੇ 5 ਆਇਤ ਆਪਾਂ ਪਰਮੇਸ਼ਰ ਦੇ ਵਚਨ 'ਚੋਂ ਦੇਖਣਾ ਹੈ। ਲਿਖਿਆ, ਅਰਥਾਤ ਉਸ ਅਵਿਨਾਸੀ, ਨਿਰਮਲ ਅਤੇ ਨਾ ਕਮਲਾਉਣ ਵਾਲੇ
ਨਾ ਕਮਣਾ ਅਧਿਕਾਰ ਲਈ ਜੋ ਸਰਗ ਵਿੱਚ ਤੁਹਾਡੇ ਲਈ ਧਰਿਆ ਹੋਇਆ ਮੇਰੇ ਜੋ ਪਰਮੇਸ਼ਰ ਦੇ ਵਿੱਚ ਸਾਫ਼ ਲਿਖਿਆ ਕਹਿੰਦਾ ਕਿ ਅਰਥਾਤ ਉਹ ਅਵਿਨਾਸੀ ਨਿਰਮਲ ਅਤੇ ਨਾ ਕਮਲਾਉਣ ਵਾਲੇ ਅਧਿਕਾਰ ਲਈ ਜੋ ਸਵਰਗ ਵਿੱਚ ਤੁਹਾਡੇ ਲਈ ਧਰਿਆ ਹੋਇਆ ਮੇਰੇ ਵਿੱਚ ਜਿਹੜਾ ਕਦੀ ਕਮਲਾਉਂਦਾ ਨਹੀਂ ਆ, ਜਿਹੜਾ ਕਦੀ ਅਵਿਨਾਸੀ ਨਹੀਂ ਆ, ਜਿਹੜਾ ਸਿਰਫ ਤੇ ਸਿਰਫ ਬਿਲਕੁਲ ਨਿਰਮਲ ਆ ਮੇਰੇ ਜੋ ਪਰਮੇਸ਼ਰ ਲਿਖਿਆ ਕਿ ਸਵਰਗ ਵਿੱਚ ਤੁਹਾਡੇ ਲਈ ਜਿਹੜਾ ਧਰਿਆ ਹੋਇਆ ਹਾਲੇਲੂਇਆ ਅਧਿਕਾਰ ਲਈ ਜੋ ਸਵਰਗ ਵਿੱਚ ਤੁਹਾਡੇ ਲਈ ਧਰਿਆ ਹੋਇਆ ਮੇਰੇ ਜਿਹੜਾ ਜੋ ਸਵਰਗ ਦੇ ਵਿੱਚ ਤੁਹਾਡੇ ਲਈ ਰੱਖਿਆ ਹੋਇਆ ਮੇਰੇ ਜੋ ਹਾਲੇਲੂਇਆ ਜਿਹੜੇ ਨੇਚਾ ਦੇ ਰਾਹੀਂ ਪਰਮੇਸ਼ਰ ਦੀ ਸਮਰੱਥਾ ਨਾਲ ਉਸ ਮੁਕਤੀ ਨੂੰ ਪ੍ਰਾਪਤ ਹੋਣ ਲਈ ਜੋ ਅੰਤ ਦੇ ਸਮੇਂ ਪ੍ਰਗਟ ਹੋਣ ਵਾਲੀ ਹੈ ਬਚਾਏ ਰਹਿੰਦੇ ਹਨ ਹਾਲੇਲੂਇਆ ਥੈਂਕ ਯੂ ਜੀਸਸ ਗਲੋਰੀ ਹਾਲੇਲੂਇਆ ਜਿਹੜੇ ਨੇਚਾ ਦੇ ਰਾਹੀਂ ਪਰਮੇਸ਼ਰ ਦੀ ਸਮਰੱਥਾ ਨਾਲ ਜਿਹੜੇ ਨੇਚਾ ਵਿਸ਼ਵਾਸ ਦੇ ਨਾਲ ਜਿਹੜੇ ਬਣੇ ਰਹਿੰਦੇ ਆ ਜਿਹੜੇ ਵਿਸ਼ਵਾਸ ਦੇ ਵਿੱਚ ਬਣੇ ਰਹਿੰਦੇ ਆ ਨੇਚਾ ਦੇ ਵਿੱਚ ਬਣੇ ਰਹਿੰਦੇ ਆ ਮੇਰੇ ਜੋ ਹਾਲੇਲੂਇਆ ਨੇਚਾ ਦੇ ਰਾਹੀਂ ਪਰਮੇਸ਼ਰ ਦੀ ਸਮਰੱਥਾ ਨਾਲ ਪਰਮੇਸ਼ਰ ਦੀ ਸ਼ਕਤੀ ਦੇ ਨਾਲ ਮੇਰੇ ਜੋ ਜਿਹੜੇ ਨੇਚਾ ਦੇ ਵਿੱਚ ਬਣੇ ਰਹਿੰਦੇ ਆ ਹਾਲੇਲੂਇਆ ਸਮਰੱਥਾ ਨਾਲ ਉਸ ਮੁਕਤੀ ਨੂੰ ਪ੍ਰਾਪਤ ਹੋਣ ਲਈ ਜੋ ਅੰਤ ਦੇ ਸਮੇਂ ਪ੍ਰਗਟ ਹੋਣ ਵਾਲੀ ਹੈ ਬਚਾਏ ਰਹਿੰਦੇ ਜਿਹੜੇ ਉਸ ਮੁਕਤੀ ਦੇ ਲਈ ਮੇਰੇ ਜੀਜੋ ਜਿਹੜੇ ਅੰਤ ਦੇ ਸਮੇਂ ਤੱਕ ਪ੍ਰਗਟ ਹੋਣ ਵਾਲੀ ਜਿਹੜੀ ਆ ਉਹ ਅੰਤ ਦੇ ਸਮੇਂ ਤੱਕ ਜਿਹੜੇ ਉਹਦੇ ਨਾਲ ਬਣੇ ਰਹਿੰਦੇ ਤਾਂ ਉਹੀ ਬਚਾਏ ਰਹਿੰਦੇ ਆ ਮੇਰੇ ਜੀਜੋ ਹਾਲੇਲੂਇਆ ਫਿਰ ਮੈਂ ਪੜਾਂਗਾ ਇਸ ਆਇਤ ਨੂੰ 5 ਆਇਤ ਜਿਹੜੇ ਨੇਚਾ ਦੇ ਰਾਹੀਂ ਪਰਮੇਸ਼ਵਰ ਦੀ ਸਮਰੱਥਾ ਨਾਲ ਉਸ ਮੁਕਤੀ ਨੂੰ ਪ੍ਰਾਪਤ ਹੋਣ ਲਈ ਜੋ ਅੰਤ ਦੇ ਸਮੇਂ ਪ੍ਰਗਟ ਹੋਣ ਵਾਲੀ ਹੈ ਬਚਾਏ ਰਹਿੰਦੇ ਹਨ ਜਿਹੜੀ ਅੰਤ ਦੇ ਸਮੇਂ ਪ੍ਰਗਟ ਹੋਣ ਵਾਲੀ ਹੈ ਬਚਾਏ ਰਹਿੰਦੇ ਆ ਮੇਰੇ ਜੀਜੋ ਉਸ ਨੇਚਾ ਦੇ ਰਾਹੀਂ ਬਚਾਏ ਰਹਿੰਦੇ ਆ ਮੇਰੇ ਜੀਜੋ ਹਾਲੇਲੂਇਆ ਪਰਮੇਸ਼ਰ ਦੀ ਸ਼ਕਤੀ ਦੇ ਨਾਲ ਪਰਮੇਸ਼ਰ ਦੇ ਪੁੱਤਰ ਆਤਮਾ ਦੇ ਦੁਆਰਾ ਹਾਲੇਲੂਇਆ ਉਹਦੀ ਸ਼ਕਤੀ ਦੇ ਨਾਲ ਕੀ ਆ ਬਚਾਏ ਰਹਿੰਦੇ ਆ ਮੇਰੇ ਜੀਜੋ ਹਾਲੇਲੂਇਆ ਇਸੇ ਤਰ੍ਹਾਂ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਾਂਗੇ ਹਾਲੇਲੂਇਆ ਥੈਂਕ ਯੂ ਜੀਸਸ ਹਾਲੇਲੂਇਆ ਓ ਮੇਰੇ ਪ੍ਰਭੂ ਦੇ ਪ੍ਰਭੂ ਮੇਰੇ ਰਾਜਿਆਂ ਦੇ ਰਾਜਾ ਹਾਲੇਲੂਇਆ ਦੂਸਰਾ ਤਮੋਥਿਉਸ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਾਂਗੇ ਹਾਲੇਲੂਇਆ ਦੂਸਰਾ ਤਮੋਥਿਉਸ 1:7 ਆਇਤ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਾਂਗੇ 1:7 ਹੈ ਦੂਸਰਾ ਹਾਲੇਲੂਇਆ ਥੈਂਕ ਯੂ ਜੀਸਸ ਦੂਸਰਾ ਤਮੋਥਿਉਸ ਉਹਦੇ 1:7 ਆਇਤ ਆਪਾਂ ਪਰਮੇਸ਼ਰ ਦੇ ਵਚਨ ਚ ਦੇਖਾਂਗੇ ਹਾਲੇਲੂਇਆ ਲਿਖਿਆ ਪਰਮੇਸ਼ਰ ਦੇ ਵਚਨ ਚ ਕਿਉਂ ਜੋ ਪਰਮੇਸ਼ਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਗੋਂ ਸਮਰੱਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ ਹੈ ਦੇਖੋ ਉੱਥੇ ਮੇਰੇ ਜੀ ਜੋ ਸਾਫ਼ ਪਰਮੇਸ਼ਰ ਦੇ ਵਚਨ ਲਿਖਿਆ ਕਿ ਪਰਮੇਸ਼ਰ ਨੇ ਸਾਨੂੰ ਜਿਹੜਾ ਆ ਉਹ ਡਰ ਦਾ ਆਤਮਾ ਨਹੀਂ ਬਲਕਿ ਕੀ ਆ ਸਮਰੱਥਾ ਦਾ ਅਤੇ ਪ੍ਰੇਮ ਤੇ ਸੰਜਮ ਦਾ ਆਤਮਾ ਦਿੱਤਾ ਹੈ ਡਰ ਦਾ ਆਤਮਾ ਨਹੀਂ ਸਾਨੂੰ ਪਰਮੇਸ਼ਰ ਨੇ ਦਿੱਤਾ ਕਿਉਂਕਿ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਹੈ ਮੇਰੇ ਜੀਜੋ ਹਾਲੇਲੂਇਆ ਜਦੋਂ ਅਸੀਂ ਉਹਦੇ ਅੱਗੇ ਦੁਆ ਕਰਦੇ ਨਿਸ਼ਚਾ ਦੇ ਨਾਲ ਵਿਸ਼ਵਾਸ ਦੇ ਨਾਲ ਦੁਆ ਕਰਦੇ ਆ ਤਾਂ ਮੇਰੇ ਜੀਜੋ ਉਸਨੇ ਸਾਨੂੰ ਡਰ ਦਾ ਆਤਮਾ ਨਹੀਂ ਦਿੱਤਾ ਹੈ ਹਾਲੇਲੂਇਆ ਸਗੋਂ ਉਹਨੇ ਸਾਨੂੰ ਕੀ ਕੀਤਾ ਹੈ ਡਰ ਦਾ ਆਤਮਾ ਨਹੀਂ ਸਗੋਂ ਸਮਰੱਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ ਹੈ ਹਾਲੇਲੂਇਆ ਪ੍ਰੇਮ ਤੇ ਸੰਜਮ ਦਾ ਆਤਮਾ ਸਾਨੂੰ ਪਰਮੇਸ਼ਰ ਨੇ ਦਿੱਤਾ ਡਰ ਦਾ ਆਤਮਾ ਨਹੀਂ ਸਾਨੂੰ ਦਿੱਤਾ ਮੇਰੇ ਜੀਜੋ ਹਾਲੇਲੂਇਆ ਇਸ ਕਰਕੇ ਅਸੀਂ ਡਰਨਾ ਨਹੀਂ ਜਦੋਂ ਅਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਅਸੀਂ ਪੂਰੇ ਤੌਰ ਤੇ ਪੁੱਤਰਤਾਈ ਦੇ ਵਿੱਚ ਅਸੀਂ ਆਪਣਾ ਜੀਵਨ ਗੁਜ਼ਾਰਦੇ ਹਾਂ ਤਾਂ ਮੇਰੇ ਜੀਜੋ ਫਿਰ ਸਾਡੇ ਵਿੱਚ ਡਰ ਦਾ ਆਤਮਾ ਨਹੀਂ ਹੋਣਾ ਚਾਹੀਦਾ ਸਗੋਂ ਪ੍ਰੇਮ ਤੇ ਸੰਜਮ ਦਾ ਆਤਮਾ ਹਾਲੇਲੂਇਆ ਸੰਜਮ ਦਾ ਆਤਮਾ ਸਾਡੇ ਵਿੱਚ ਹੋਣਾ ਚਾਹੀਦਾ ਹੈ ਤੇ ਉਹਦੇ ਨਾਲ ਅਸੀਂ ਸਭ ਕੁਝ ਕਰ ਸਕਦੇ ਹਾਂ ਪਰਮੇਸ਼ਰ ਦਾ ਆਤਮਾ ਜਿਹੜਾ ਹੈ ਜਦੋਂ ਤੁਹਾਡੀਆਂ ਜ਼ਿੰਦਗੀਆਂ ਦੇ ਤੁਹਾਡੇ ਅੰਦਰ ਹੁੰਦਾ ਹੈ ਤਾਂ ਮੇਰੇ ਜੀਜੋ ਉਹ ਹਰ ਜਗ੍ਹਾ ਤੇ ਜਿੱਥੇ ਕਿਤੇ ਵੀ ਤੁਸੀਂ ਹੋਵੋ ਮੇਰੇ ਜੀਜੋ ਉੱਥੇ ਪਰਮੇਸ਼ਰ ਦਾ ਪੁੱਤਰ ਆਤਮਾ ਤੁਹਾਡੀ ਸ਼ਕਤੀ ਦੇ ਉਸ ਸ਼ਕਤੀ ਦੇ ਨਾਲ ਤੁਹਾਡੀ ਜ਼ਿੰਦਗੀ 'ਚ ਕੰਮ ਕਰਦਾ ਹੈ ਮੇਰੇ ਜੀਜੋ ਹਾਲੇਲੂਇਆ ਇਸ ਕਰਕੇ ਸਾਨੂੰ ਪਰਮੇਸ਼ਰ ਨੇ ਡਰ ਦਾ ਆਤਮਾ ਨਹੀਂ ਦਿੱਤਾ ਸਗੋਂ ਅਸੀਂ ਪਰਮੇਸ਼ਰ ਵਿੱਚ ਵੱਧ ਫੁੱਲ ਕੇ ਅਸੀਂ ਪੁੱਤਰ ਆਤਮਾ ਜਿਹੜਾ ਪਰਮੇਸ਼ਰ ਕਹਿੰਦਾ ਮੈਂ ਜਾਣਾ ਹੈ ਤੁਹਾਡੇ ਲਈ ਇੱਕ ਸਹਾਇਕ ਭੇਜਾਂ ਉਹ ਪੁੱਤਰ ਆਤਮਾ ਜਿਹੜਾ ਤੁਹਾਡੀ ਹਰ ਗੱਲ ਵਿੱਚ ਹਰ ਕੰਮ ਵਿੱਚ ਤੁਹਾਡੀ ਮਦਦ ਤੇ ਸਹਾਇਤਾ ਕਰੇਗਾ ਜਿੱਥੇ ਵੀ ਤੁਸੀਂ ਜਾਓਗੇ ਹਾਲੇਲੂਇਆ ਉੱਥੇ ਪੁੱਤਰ ਆਤਮਾ ਤੁਹਾਡੇ ਨਾਲ ਕੰਮ ਕਰੇਗਾ ਹਾਲੇਲੂਇਆ ਇਸੇ ਤਰ੍ਹਾਂ ਆਪਾਂ ਪਰਮੇਸ਼ਰ ਦੇ ਵਚਨ 'ਚ ਦੇਖਣਾ ਕਿ ਦੂਸਰਾ ਕਰੰਥੀਆਂ ਉਹਦੀ ਹਾਲੇਲੂਇਆ ਥੈਂਕ ਯੂ ਜੀਸਸ ਦੂਸਰਾ ਕਰੰਥੀਆਂ 3:17 ਹੈ ਤਾਂ ਆਪਾਂ ਪਰਮੇਸ਼ਰ ਦੇ ਵਚਨ 'ਚੋਂ ਦੇਖਣਾ
ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਲਿਖਿਆ, ਅਸੀਂ ਤਾਂ ਬਾਲਿਆਂ ਦੀ ਨਿਆਈ ਪਰਮੇਸ਼ਰ ਦੀ ਬਾਣੀ ਵਿੱਚ ਮਿਲਾਵਟ ਨਹੀਂ ਕਰਦੇ, ਪਰ ਨਿਸ਼ਕਪਟਤਾ ਨਾਲ ਪਰਮੇਸ਼ਰ ਦੀ ਵੱਲੋਂ ਪਰਮੇਸ਼ਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ। ਹਾਲੇਲੂਇਆ। ਮੇਰੇ ਜੀਜੋ, ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਅਸੀਂ ਤਾਂ ਬਾਲਿਆਂ ਦੀ ਨਿਆਈ। ਬਹੁਤ ਲੋਕ ਜਿਹੜੇ ਆ, ਹਾਲੇਲੂਇਆ, ਜੋ ਪਰਮੇਸ਼ਰ ਦੇ ਵਚਨ ਵਿੱਚ ਬਹੁਤ ਜ਼ਿਆਦਾ ਮਿਲਾਵਟ ਕਰਦੇ ਹੈ। ਮੇਰੇ ਜੀਜੋ, ਅਸੀਂ ਕਹਿੰਦੇ ਵੀ ਉਹ ਨਹੀਂ ਅਸੀਂ ਕਰਦੇ ਹੈਗੇ, ਹਾਲੇਲੂਇਆ, ਉਹ ਮਿਲਾਵਟ ਨੇ ਅਸੀਂ ਪਰਮੇਸ਼ਰ ਦੇ ਵਚਨ 'ਚ ਕਰਨੀ। ਮੇਰੇ ਜੀਜੋ, ਹਾਲੇਲੂਇਆ, ਕਰਦੇ, ਸਗੋਂ ਨਿਸ਼ਕਪਟਤਾ ਨਾਲ ਪਰਮੇਸ਼ਰ ਦੀ ਵੱਲੋਂ ਪਰਮੇਸ਼ਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਆ। ਕਹਿੰਦੇ ਪਰਮੇਸ਼ਰ ਦੇ ਕਹਿੰਦੇ ਪੂਰੇ ਸ਼ੁੱਧ ਮਨ ਦੇ ਨਾਲ, ਹਾਲੇਲੂਇਆ, ਪਰਮੇਸ਼ਰ ਦੀ ਵੱਲੋਂ ਪਰਮੇਸ਼ਰ ਦੇ ਅੱਗੇ, ਪਰਮੇਸ਼ਰ ਦੀ ਵੱਲੋਂ ਔਰ ਪਰਮੇਸ਼ਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਆ। ਮੇਰੇ ਜੀਜੋ, ਹਾਲੇਲੂਇਆ, ਹਾਲੇਲੂਇਆ। ਅਸੀਂ ਜਿਹੜੇ ਆ ਬਹੁਤ ਸਾਰੇ ਜਿਹੜੇ ਆ ਨਬੀ, ਝੂਠੇ ਨਬੀ ਜਿਹੜੇ ਇਸ ਦੁਨੀਆ ਦੇ ਉੱਪਰ ਉੱਠੇ ਆ ਮੇਰੇ ਜੀਜੋ, ਜਿਹੜੇ ਕਿ ਆਪਣੇ ਕੀ ਕਰਦੇ ਆ ਕਿ ਇਸ ਬਚਨ ਦੇ ਵਿੱਚ ਬਹੁਤ ਸਾਰੀ ਮਿਲਾਵਟ ਕਰ ਦਿੰਦੇ ਆ। ਮੇਰੇ ਜੀਜੋ, ਮਿਲਾਵਟ ਕਰਕੇ ਲੋਕਾਂ ਨੂੰ, ਉਸ ਮਿਲਾਵਟ ਕਰਕੇ ਲੋਕਾਂ ਨੂੰ ਭਰਮਾਉਂਦੇ ਆ। ਹਾਲੇਲੂਇਆ। ਤੇ ਲੋਕਾਂ ਨੂੰ ਭਰਮਾ ਕੇ ਫਿਰ ਉਹਨਾਂ ਦੇ ਕੋਲੋਂ ਪੈਸੇ ਵੀ ਮੰਗਦੇ ਆ। ਮੇਰੇ ਜੀਜੋ, ਹਾਲੇਲੂਇਆ। ਤਾਂ ਪਰਮੇਸ਼ਰ ਦਾ ਵਚਨ ਸਾਨੂੰ ਇਹ ਨਹੀਂ ਸਿਖਾਉਂਦਾ। ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਕਿ ਤੁਸੀਂ, ਤੁਹਾਨੂੰ ਮੁਫਤ ਦਿੱਤਾ ਤੇ ਤੁਸੀਂ ਮੁਫਤ ਦਿਓ। ਹਾਲੇਲੂਇਆ। ਪਰ ਬਹੁਤ ਸਾਰੇ ਲੋਕ ਅੱਜ ਕੱਲ ਕੀ ਹੋ ਗਿਆ ਕਿ ਲੋਕੀ ਜਿਹੜੀ ਆ ਪ੍ਰਾਰਥਨਾ ਕਰਨ ਲਈ ਵੀ ਪੈਸੇ ਮੰਗਦੇ ਆ। ਮੇਰੇ ਜੀਜੋ, ਹਾਲੇਲੂਇਆ। ਕਿਉਂਕਿ ਉਹ ਏਦਾਂ ਦਾ ਵਚਨ, ਮਿਲਾਵਟ ਦਾ ਬੜਾ ਵਚਨ ਸੁਣਾਉਂਦੇ ਤੇ ਉਹਨਾਂ ਨੂੰ ਕੀ ਆ, ਗੁੰਮਰਾਹ ਕਰਦੇ ਆ। ਹਾਲੇਲੂਇਆ। ਤਾਂ ਮੇਰੇ ਜੀਜੋ, ਪਰ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਅਸੀਂ ਤਾਂ ਪਰਮੇਸ਼ਰ ਦੀ ਵੱਲੋਂ ਬੋਲਦੇ ਹਾਂ, ਪਰਮੇਸ਼ਰ ਦੇ ਵੱਲੋਂ ਤੇ ਪਰਮੇਸ਼ਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਆ। ਸੱਚਾ ਵਚਨ ਜਿਹੜਾ, ਇਹ ਪਵਿੱਤਰ ਵਚਨ ਜਿਹੜਾ ਹੈ, ਪਰਮੇਸ਼ਰ ਦੇ ਵਚਨ ਦੇ ਵਿੱਚੋਂ ਅਸੀਂ ਗੱਲਬਾਤ ਕਰਦੇ ਆ। ਪਰਮੇਸ਼ਰ ਦਾ ਦਾਸ ਕਹਿੰਦਾ, ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਸਾਨੂੰ ਜਿਹੜਾ ਪਰਮੇਸ਼ਰ ਦਾ ਵਚਨ, ਪਰਮੇਸ਼ਰ ਦੀ ਸ਼ਕਤੀ ਜਿਹੜੀ ਆ, ਪਰਮੇਸ਼ਰ ਦੀ ਸ਼ਕਤੀ ਜਿਹੜੀ ਕੰਮ ਕਰਦੀ ਆ, ਉਹਦੇ ਦੁਆਰਾ ਸਾਨੂੰ ਜਿਹੜਾ ਆ ਉਹ ਪਰਮੇਸ਼ਰ ਦੇ ਵਿੱਚ ਹੋ ਕੇ, ਹਾਲੇਲੂਇਆ, ਕੰਮ ਕਰਨੇ ਚਾਹੀਦੇ ਆ ਪਰਮੇਸ਼ਰ ਦੀ ਵੱਲੋਂ। ਹਾਲੇਲੂਇਆ। ਕੋਈ ਮਿਲਾਵਟ ਨਹੀਂ ਹੋਣੀ ਚਾਹੀਦੀ ਪਰਮੇਸ਼ਰ ਦੇ ਵਚਨ ਦੇ ਵਿੱਚ। ਬਿਲਕੁਲ ਜਿਸ ਤਰ੍ਹਾਂ ਪਰਮੇਸ਼ਰ ਦਾ ਵਚਨ ਲਿਖਿਆ ਉਹਦੇ ਮੁਤਾਬਕ ਜਿਹੜਾ ਹੈ ਪਰਮੇਸ਼ਰ ਦੇ ਵਿੱਚ ਅਸੀਂ ਕੀ ਕਰਨਾ ਹੈ, ਪਰਮੇਸ਼ਰ ਦੀ ਵਡਿਆਈ, ਉਹਦੇ ਨਾਮ ਦੀ ਮਹਿਮਾ ਕਰਨੀ। ਔਰ ਪਰਮੇਸ਼ਰ ਦਾ ਸਹੀ ਵਾਲਾ ਵਚਨ ਜੋ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ, ਮੇਰੇ ਜੇ ਇੱਧਰ ਉੱਧਰ ਦੀਆਂ ਗੱਲਾਂ ਜ਼ਿਆਦਾ ਅਸੀਂ ਨਹੀਂ ਕਰਨੀਆਂ ਹੈ, ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਨਹੀਂ ਸਿਖਾਉਂਦਾ ਅਸੀਂ ਕੋਈ ਮਿਲਾਵਟ ਨਹੀਂ ਕਰਨੀ ਹੈ। ਮੇਰੇ ਜੀ ਜੋ, ਹਾਲੇਲੂਇਆ, ਹਾਲੇਲੂਇਆ। ਤੇ ਪਰਮੇਸ਼ਰ ਦੀ ਵੱਲੋਂ ਅਤੇ ਪਰਮੇਸ਼ਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਣਾ ਹੈ। ਹਾਲੇਲੂਇਆ। ਤਾਂ ਫਿਰ ਪ੍ਰਭੂ ਕਹਿੰਦਾ ਮੈਂ ਤੁਹਾਡੇ ਨਾਲ ਆ। ਫਿਰ ਕਹਿੰਦਾ ਮੈਂ ਆਪਣੀ ਸ਼ਕਤੀ ਜਿਹੜੀ ਆ ਤੁਹਾਡੇ ਵਿੱਚ ਪ੍ਰਗਟ ਭੇਜਾਂਗਾ, ਤਾਂ ਤੁਸੀਂ ਮੇਰੀ ਸ਼ਕਤੀ ਦੇ ਦੁਆਰਾ ਇਹ ਵੱਡੇ ਵੱਡੇ ਕੰਮ ਕਰੋਗੇ। ਮੇਰੇ ਜੀ, ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਸਾਨੂੰ ਜਿਹੜਾ ਹੈ ਉਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਕੀਆ ਕਰਨਾ ਹੈ। ਸਾਨੂੰ ਪੂਰੇ ਤੌਰ ਤੇ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਜਿਹੜਾ ਆ ਉਹ ਵਚਨ ਸਾਨੂੰ ਪੇਸ਼ ਕਰਨਾ ਚਾਹੀਦਾ ਹੈ, ਤਾਂ ਕਿ ਸਹੀ ਵਚਨ ਜਿਹੜਾ ਆ ਉਹ ਲੋਕਾਂ ਨੂੰ ਜਿਹੜਾ ਆ ਉਹ ਜਿਹੜਾ ਉਹਨਾਂ ਨੂੰ ਸਮਝਾਇਆ ਜਾਵੇ ਕਿ ਪਰਮੇਸ਼ਰ ਦਾ ਵਚਨ ਸਾਨੂੰ ਆ ਕਹਿੰਦਾ ਹੈ। ਮੇਰੇ ਜੀ, ਹਾਲੇਲੂਇਆ। ਇੱਕ ਆਪਾਂ ਦੇਖਾਂਗੇ 2 ਤਿਮੋਥੀਅਸ, ਹਾਲੇਲੂਇਆ, ਥੈਂਕ ਯੂ ਜੀਸਸ, ਹਾਲੇਲੂਇਆ। 2 ਤਿਮੋਥੀਅਸ ਆਪਾਂ ਪਰਮੇਸ਼ਰ ਦੇ ਵਚਨ ਚੋਂ ਦੇਖਾਂਗੇ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਹਾਲੇਲੂਇਆ, ਥੈਂਕ ਯੂ ਜੀਸਸ, ਹਾਲੇਲੂਇਆ। ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਇਹੀ ਦੱਸਦਾ ਹੈ ਕਿ ਅਸੀਂ ਪਰਮੇਸ਼ਰ ਦੀ ਸ਼ਕਤੀ ਦੇ ਦੁਆਰਾ ਜਿਹੜਾ ਆ ਉਹ ਇਹ ਕੰਮ ਕਰਨਾ ਹੈ। ਹਾਲੇਲੂਇਆ। 2 ਤਿਮੋਥੀਅਸ 1:7 ਆਪਾਂ ਪਰਮੇਸ਼ਰ ਦੇ ਵਚਨ ਚੋਂ ਅਸੀਂ ਪੜ੍ਹਨਾ ਹੈ। ਹਾਲੇਲੂਇਆ। ਕਿਉਂ ਜੋ ਪਰਮੇਸ਼ਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਗੋਂ ਸਮਰੱਥਾ ਅਤੇ ਪ੍ਰੇਮ ਤੇ ਸੰਜਮ ਦਾ ਆਤਮਾ ਦਿੱਤਾ ਹੈ। ਮੇਰੇ ਜੀ, ਇਹ ਪਹਿਲਾਂ ਵੀ ਆਪਾਂ ਆਇਤ ਪੜ੍ਹ ਚੁੱਕੇ ਹਾਂ, ਫਿਰ ਦੁਬਾਰਾ ਮੈਂ ਇਹਨੂੰ ਤੁਹਾਨੂੰ ਪੜ੍ਹਾਉਣਾ ਚਾਹੁੰਦਾ, ਕਿਉਂਕਿ ਪਰਮੇਸ਼ਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਦਿੱਤਾ ਸਗੋਂ ਸਮਰੱਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ ਹੈ। ਹਾਲੇਲੂਇਆ। ਜੇ ਸਾਨੂੰ ਪਰਮੇਸ਼ਰ ਨੇ ਇਹ ਆਤਮਾ ਦਿੱਤਾ ਹੈ ਤਾਂ ਫਿਰ ਉਹਦੇ ਆਤਮਾ ਦੁਆਰਾ ਹੀ ਅਸੀਂ, ਹਾਲੇਲੂਇਆ, ਚੱਲਣਾ ਹੈ। ਮੇਰੇ ਜੀਜੋ, ਤੇ ਪਰਮੇਸ਼ਰ ਦੇ ਆਤਮਾ ਦੁਆਰਾ ਹੀ ਪਰਮੇਸ਼ਰ ਦਾ ਵਚਨ ਸੁਣਾਉਣਾ ਹੈ। ਮੇਰੇ ਜੀਜੋ, ਹਾਲੇਲੂਇਆ। ਔਰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਲੋਕਾਂ ਨੂੰ ਦੱਸਣਾ ਹੈ। ਮੇਰੇ ਜੀਜੋ, ਹਾਲੇਲੂਇਆ। ਤਾਂ ਫਿਰ ਪਰਮੇਸ਼ਰ ਜਿਹੜਾ ਆ, ਪਰਮੇਸ਼ਰ ਦੀ ਸ਼ਕਤੀ ਜਿਹੜੀ ਆ, ਫਿਰ ਤੁਹਾਡੇ ਵਿੱਚ, ਮੇਰੇ ਵਿੱਚ, ਤੁਹਾਡੇ ਵਿੱਚ ਪਰਮੇਸ਼ਰ ਦੀ ਸ਼ਕਤੀ ਕੰਮ ਕਰਦੀ ਹੈ। ਮੇਰੇ ਜੀਜੋ, ਹਾਲੇਲੂਇਆ,
ਹਾਲੇਲੂਇਆ। ਇਸ ਕਰਕੇ ਸਾਨੂੰ ਪਰਮੇਸ਼ਰ ਦੇ ਵਿੱਚ ਬਣੇ ਰਹਿਣਾ, ਪਵਿੱਤਰਤਾਈ 'ਚ ਆਪਣਾ ਜੀਵਨ ਗੁਜ਼ਾਰਨਾ ਹੈ ਔਰ ਪਰਮੇਸ਼ਰ ਦੇ ਨਾਲ ਪਵਿੱਤਰਤਾਈ ਦੇ ਵਿੱਚ ਬਣੇ ਰਹਿਣਾ ਹੈ ਅਤੇ ਪਰਮੇਸ਼ਰ ਦੇ ਹੁਕਮਾਂ ਦੇ ਉੱਪਰ ਚੱਲ ਕੇ ਪਰਮੇਸ਼ਰ ਦੇ ਨਾਲ ਜੁੜੇ ਰਹਿਣਾ ਤੇ ਫਿਰ ਪਰਮੇਸ਼ਰ ਤੁਹਾਡੇ ਨਾਲ ਜੁੜਿਆ ਰਹੇਗਾ। ਫਿਰ ਪਰਮੇਸ਼ਰ ਦੀ ਸ਼ਕਤੀ ਜਿਹੜੀ ਆ ਉਹ ਤੁਹਾਡੇ ਵਿੱਚ ਕੰਮ ਕਰੇਗੀ ਮੇਰੇ ਚੀਜ਼ਾਂ। ਹਾਲੇਲੂਇਆ। ਖੁਦਾਵੰਦ ਪ੍ਰਭੂ ਯਿਸੂ ਮਸੀਹ ਇਹਨਾਂ ਵਚਨਾਂ ਨਾਲ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਸ਼ ਦੇ। ਆਮੇਨ। ਸਾਡੇ YouTube ਦਾ ਚੈਨਲ ਪਾਸਟਰ ਕੁਲਵੀਰ ਚੰਦ ਦੇ ਨਾਂ ਤੇ ਹੈ। ਜਦੋਂ ਤੁਸੀਂ ਉਹਨੂੰ ਸਬਸਕ੍ਰਾਈਬ ਕਰੋਗੇ ਤਾਂ ਫਿਰ ਤੁਹਾਨੂੰ ਸਭ ਕੁਝ ਉਹਦੇ ਵਿੱਚੋਂ ਮਿਲ ਜਾਏਗਾ। ਹਾਲੇਲੂਇਆ। ਖੁਦਾ ਤੁਹਾਨੂੰ ਬਹੁਤ ਵੱਡੀ ਬਰਕਤ ਤੇ